ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਸਰਕਾਰ ਬੇਵਸ ਕੌਣ ਸਾਹਿਬ ਨੂੰ ਆਖੇ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹੋਰਨਾਂ ਕੈਬਨਿਟ ਮੰਤਰੀਆਂ ਨੇ ਐਲਾਨ ਕੀਤਾ ਸੀ ਵੀ ਪੰਜਾਬ ਦੇ ਵਿੱਚ ਆਮ ਆਦਮੀ ਦੀ ਸਰਕਾਰ ਹੈ ਤੇ ਪੰਜਾਬ ਦੇ ਜਿੰਨੇ ਵੀ ਅਫਸਰ ਨੇ ਉਹ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੀ ਸਮੱਸਿਆਵਾਂ ਹੱਲ ਕਰਨਗੇ, ਉਹਨਾਂ ਦੇ ਮਸਲੇ ਸੁਣਨਗੇ। ਤੇ ਅੱਜ 7.5 ਮਹੀਨੇ ਦੇ ਕਰੀਬ ਸਮਾਂ ਬੀਤ ਚੁੱਕਿਆ ਤੇ ਅਸੀਂ ਜਾਣਨਾ ਚਾਹਾਂਗੇ ਜਿਹੜਾ ਇਹ ਸਰਕਾਰ ਦਾ ਐਲਾਨ ਸੀਗਾ ਉਸ 'ਤੇ ਪੰਜਾਬ ਦੇ ਅਫਸਰ ਕਿੰਨਾ ਕੁ ਪਹਿਰਾ ਦੇ ਰਹੇ ਨੇ, ਇਸ ਨੂੰ ਕਿੰਨਾ ਕੁ ਜ਼ਮੀਨੀ ਪੱਧਰ 'ਤੇ ਅਮਲੀ ਰੂਪ 'ਚ ਲਿਆ ਰਹੇ ਨੇ। ਦੇਖੋ, ਜਦੋਂ ਅਸੀਂ ਪੰਜਾਬ ਸਰਕਾਰ ਦੀ 7 ਮਹੀਨੇ ਦੀ ਕਾਰਗੁਜ਼ਾਰੀ ਦੀ ਗੱਲ ਕਰਦੇ ਹਾਂ ਤਾਂ ਸਰਕਾਰ ਖੁਦ ਵੀ ਇਹਦੇ ਬਾਰੇ ਚਰਚਾ ਕਰਦੀ ਹੈ ਕਿ ਅਸੀਂ 7 ਮਹੀਨਿਆਂ ਦੇ ਵਿੱਚ ਬਨਾਮ 70 ਸਾਲ ਵਾਲਿਆਂ ਦੇ ਮੁਕਾਬਲੇ ਜ਼ਿਆਦਾ ਕੰਮ ਕੀਤੇ ਨੇ। ਪਰ ਜਿਹੜੀ ਬਿਊਰੋਕਰੇਸੀ ਹੈ ਇਹਦੀ ਕਿਤੇ ਚਰਚਾ ਨਹੀਂ ਹੁੰਦੀ। ਜੀ, ਵੈਸੇ ਤਾਂ ਦੇਖਿਆ ਜਾਵੇ ਸਰਕਾਰ ਦੀ ਕਾਰਗੁਜ਼ਾਰੀ ਦੇ ਵਿੱਚ ਹੀ ਜਿਹੜੀ ਹੈਗੀ ਹੈ ਇੱਕ ਸਾਂਝੇ ਤੌਰ 'ਤੇ ਨੌਕਰਸ਼ਾਹੀ ਦੀ ਜਾਂ ਬਿਊਰੋਕਰੇਸੀ ਦੀ ਭੂਮਿਕਾ ਵੀ ਸ਼ਾਮਲ ਹੁੰਦੀ ਹੈ। ਉਹਦੀ ਕਾਰਗੁਜ਼ਾਰੀ ਦੀ ਵੀ ਸਰਕਾਰ ਦੀ ਕਾਰਗੁਜ਼ਾਰੀ ਦੇ ਨਾਲ ਹੀ ਪੜਚੋਲ ਹੈ ਜਿਹੜੀ ਜਾਂ ਆਕਲਨ ਹੈ ਉਹ ਹੋ ਜਾਂਦਾ ਹੈਗਾ। ਪਰ ਪਿਛਲੇ ਟਾਈਮ ਤੋਂ ਇਹ ਕਾਫੀ ਤਰ੍ਹਾਂ ਦੇ ਚਰਚੇ ਹੈ ਜਿਹੜੇ ਉਹ ਬਿਊਰੋਕਰੇਸੀ ਨੂੰ ਲੈ ਕੇ ਛਿੜੇ ਹੋਏ ਨੇ। ਕੋਈ ਕਹਿ ਰਿਹਾ ਕਿ ਬਿਊਰੋਕਰੇਸੀ ਦਾ ਨਵੀਂ ਸਰਕਾਰ ਨਾਲ ਤਾਲਮੇਲ ਠੀਕ ਨਹੀਂ ਬੈਠ ਰਿਹਾ। ਕੋਈ ਕਹਿ ਰਿਹਾ ਕਿ ਬਿਊਰੋਕਰੇਸੀ ਹੈ ਜਿਹੜੀ ਉਹ ਨਵੀਂ ਸਰਕਾਰ 'ਤੇ ਹਾਵੀ ਹੋ ਰਹੀ ਹੈ। ਜਦੋਂ ਈਡੀ ਦੇ ਛਾਪੇ ਪਏ ਪੰਜਾਬ ਦੇ ਐਕਸਾਈਜ਼ ਮਹਿਕਮੇ ਦੇ ਅਫਸਰਾਂ 'ਤੇ ਤਾਂ ਉਸ ਤੋਂ ਬਾਅਦ ਇੱਕ ਗੱਲ ਇਹ ਵੀ ਕਹੀ ਜਾਣ ਲੱਗੀ ਕਿ ਪੰਜਾਬ ਦੀ ਜਿਹੜੀ ਬਿਊਰੋਕਰੇਸੀ ਹੈ ਉਹ ਖੌਫ ਦੇ ਵਿੱਚ ਹੈ, ਉਹ ਡਰ ਦੇ ਵਿੱਚ ਹੈਗੀ ਹੈ। ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਹੈ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਹੁੰ ਚੁੱਕੀ ਸੀ ਤਾਂ ਉਹਨਾਂ ਦਿਨਾਂ ਦੇ ਵਿੱਚ ਹੀ ਉਹਨਾਂ ਨੇ ਇਹ ਗੱਲ ਦਾ ਐਲਾਨ ਕੀਤਾ ਸੀ ਕਿ ਜਿਹੜੀ ਹੁਣ ਸਰਕਾਰ ਹੈ ਉਹ ਚੰਡੀਗੜ੍ਹ ਤੋਂ ਨਹੀਂ ਚੱਲੇਗੀ ਬਲਕਿ ਪੰਜਾਬ ਦੇ ਪਿੰਡਾਂ ਤੋਂ ਚੱਲੇਗੀ। ਔਰ ਚੰਡੀਗੜ੍ਹ ਕਿਸੇ ਨੂੰ ਆਉਣ ਦੀ ਜਿਹੜੀ ਲੋਕਾਂ ਨੂੰ ਜ਼ਰੂਰਤ ਨਹੀਂ ਪਏਗੀ, ਬਲਕਿ ਸਾਡੇ ਜਿਹੜੇ ਅਧਿਕਾਰੀ ਹੈ ਉਹ ਪਿੰਡਾਂ ਦੇ ਵਿੱਚ ਜਾਣਗੇ, ਲੋਕਾਂ ਦੇ ਵਿੱਚ ਸੱਥਾਂ ਦੇ ਵਿੱਚ ਬੈਠਣਗੇ, ਉਹਨਾਂ ਨਾਲ ਗੱਲਬਾਤ ਕਰਨਗੇ, ਉਹਨਾਂ ਦੇ ਮਸਲਿਆਂ ਦਾ ਹੱਲ ਕਰਨਗੇ। ਪਰ ਜਦੋਂ ਅਸੀਂ ਇਹਨਾਂ 7 ਮਹੀਨਿਆਂ ਦੇ ਵਿੱਚ ਸਰਕਾਰ ਦੀ ਇਸ ਨਜ਼ਰੀਏ ਤੋਂ ਪੜਚੋਲ ਕਰਦੇ ਹੈਗੇ ਆ ਤਾਂ ਉਹ ਬਿਲਕੁਲ ਮਨਫੀ 'ਚ ਚਲੀ ਜਾਂਦੀ ਹੈਗੀ ਹੈ। ਸਾਨੂੰ ਅੱਜ ਤੱਕ ਪੰਜਾਬ ਦੇ ਕਿਸੇ ਵਿਹੜੇ ਦੇ ਵਿੱਚ ਇਹ ਨਹੀਂ ਦੇਖਿਆ ਕਿ ਪੰਜਾਬ ਸਰਕਾਰ ਦੇ ਜਿਹੜੇ ਅਧਿਕਾਰੀ ਸੱਥਾਂ 'ਚ ਬੈਠੇ ਹੋਣ ਜਾਂ ਗਲੀਆਂ 'ਚ ਘੁੰਮ ਰਹੇ ਹੋਣ, ਜਾਇਜ਼ਾ ਲੈ ਰਹੇ ਹੋਣ, ਕੋਈ ਸਕੀਮਾਂ ਦੀ ਪੜਚੋਲ ਕਰ ਰਹੇ ਹੋਣ। ਇਸ ਤਰ੍ਹਾਂ ਸਾਨੂੰ ਅਧਿਕਾਰੀ ਕਿਤੇ ਵੀ ਨਜ਼ਰ ਨਹੀਂ ਪਏ। ਇਹ ਠੀਕ ਹੈ ਕਿ ਮੁੱਖ ਮੰਤਰੀ ਨੇ ਕਿਹਾ, ਐਲਾਨ ਕੀਤਾ, ਉਸ ਤੋਂ ਬਾਅਦ ਇਸ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਵੀ ਕੀਤੀ। ਉਹਨਾਂ ਨੇ 5 ਅਪ੍ਰੈਲ ਨੂੰ ਇੱਕ ਪੱਤਰ ਵੀ ਜਾਰੀ ਕੀਤਾ ਸੀ ਸਰਕਾਰ ਤਰਫੋਂ। ਉਹਦੇ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਦੇ ਜਿਹੜੇ ਅਧਿਕਾਰੀ ਨੇ, ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਜਿਹੜੇ IAS ਅਧਿਕਾਰੀ ਹੈ ਉਹ ਡਿਪਿਊਟ ਕੀਤੇ ਸੀਗੇ। ਚੰਡੀਗੜ੍ਹ ਦੇ ਵਿੱਚੋਂ ਜਿਹੜੇ ਪ੍ਰਬੰਧਕੀ ਸਕੱਤਰ ਹੈ, ਵਿਭਾਗਾਂ ਦੇ ਪ੍ਰਮੁੱਖ ਸਕੱਤਰ ਨੇ, ਉਹਨਾਂ ਦੀਆਂ ਡਿਊਟੀਆਂ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਲਾਈਆਂ ਗਈਆਂ ਸੀ। ਉਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਉਸ ਜ਼ਿਲ੍ਹੇ ਦੇ ਵਿੱਚ ਜਾਓਗੇ, ਉਸ ਜ਼ਿਲ੍ਹੇ ਦੇ ਵਿੱਚ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਚੱਲਦੀਆਂ ਨੇ ਉਹਨਾਂ ਦਾ ਜਾਇਜ਼ਾ ਲਓਗੇ, ਲੋਕਾਂ ਨਾਲ ਗੱਲਬਾਤ ਕਰੋਗੇ, ਲੋਕਾਂ ਤੋਂ ਫੀਡਬੈਕ ਲਓਗੇ ਅਤੇ ਜ਼ਿਲ੍ਹੇ ਦੇ ਜਿਹੜੇ ਅਧਿਕਾਰੀ ਹੈ ਉਹਨਾਂ ਨਾਲ ਤੁਸੀਂ ਮੁਲਾਕਾਤਾਂ ਜਾਂ ਮੀਟਿੰਗਾਂ ਕਰੋਗੇ। ਉਹਨਾਂ 'ਚ 5 ਅਪ੍ਰੈਲ ਤੋਂ ਲੈ ਕੇ ਆਤਿਸ਼ 6 ਮਹੀਨੇ ਲੰਘ ਚੁੱਕੇ ਨੇ। 6 ਮਹੀਨੇ ਤਾਂ ਇਹਨਾਂ ਅਧਿਕਾਰੀਆਂ ਨੇ ਪਹਿਲਾਂ ਲਿਸਟ ਹੀ ਤਿਆਰ ਨਹੀਂ ਕੀਤੀ ਵੀ ਕਿਹੜਾ ਅਧਿਕਾਰੀ ਕਿਹੜੇ ਜ਼ਿਲ੍ਹੇ 'ਚ ਡਿਊਟੀ ਪਰਫਾਰਮ ਕਰੇਗਾ। ਇਹ ਤੋਂ ਸਾਨੂੰ ਪਤਾ ਲੱਗ ਸਕਦਾ ਹੈ ਕਿ ਨਵੀਂ ਸਰਕਾਰ ਦਾ ਅਧਿਕਾਰੀਆਂ ਦੇ ਨਾਲ ਜਾਂ ਅਧਿਕਾਰੀਆਂ ਦਾ ਨਵੀਂ ਸਰਕਾਰ ਦੇ ਨਾਲ ਜਿਹੜਾ ਤਾਲਮੇਲ ਹੈ, ਕੋਆਰਡੀਨੇਸ਼ਨ ਹੈ, ਉਹ ਕਿਹੋ ਜਿਹਾ ਆਏਗਾ। ਤਾਂ ਹੁਣ 21 ਤਰੀਕ ਨੂੰ ਜਾ ਕੇ ਸਰਕਾਰ ਨੇ ਜਦੋਂ ਰਿਪੋਰਟ ਮੰਗੀ ਕਿ ਸਾਨੂੰ ਇਹ ਸਾਰੇ 23 ਅਧਿਕਾਰੀ ਰਿਪੋਰਟ ਦੇਣ ਕਿ ਉਹਨਾਂ ਨੇ ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹੇ ਦਾ ਦੌਰਾ ਕੀਤਾ ਅਤੇ ਉਹਨਾਂ ਦੀ ਪਰਫਾਰਮੈਂਸ ਕੀ ਰਹੀ, ਤਾਂ ਇਹ ਜਦੋਂ ਜਾਰੀ ਕੀਤਾ ਪੱਤਰ ਤਾਂ ਫਿਰ ਸਾਡੇ ਪੰਜਾਬ ਦੇ ਅਧਿਕਾਰੀਆਂ ਦੇ ਕੰਨਾਂ 'ਤੇ ਜੂੰ ਨਹੀਂ ਸਰਕੀ। ਉਸ ਤੋਂ ਬਾਅਦ ਫਿਰ 27 ਤਰੀਕ ਨੂੰ ਫਿਰ ਅਕਤੂਬਰ ਨੂੰ ਪੱਤਰ ਜਾਰੀ ਕੀਤਾ ਕਿ ਤੁਸੀਂ ਆਪਣੀ ਰਿਪੋਰਟ ਦਿਓ। ਤਾਂ ਹੁਣ ਮੈਂ ਦੇਖਿਆ, ਖਬਰਾਂ ਪੜ੍ਹ ਰਿਹਾ, ਪਿਛਲੇ 2 ਕੁ ਦਿਨਾਂ ਤੋਂ ਪੰਜਾਬ ਦੇ ਜਿਹੜੇ ਇੱਥੇ ਵੱਖ-ਵੱਖ ਵਿਭਾਗਾਂ ਦੇ ਪ੍ਰਮੁੱਖ ਸਕੱਤਰ ਨੇ ਜਾਂ ਪ੍ਰਬੰਧਕੀ ਸਕੱਤਰ ਨੇ ਉਹ ਪੰਜਾਬ ਦੇ ਪਿੰਡਾਂ ਦੇ ਵਿੱਚ ਜਾਂ ਆਪਾਂ ਕਹਿ ਲਈਏ ਸ਼ਹਿਰਾਂ 'ਚ ਜਾਣੇ ਸ਼ੁਰੂ ਹੋਏ ਨੇ। ਮੈਨੂੰ ਇੱਧਰੋਂ ਖਬਰ ਮਿਲੀ ਸੀ ਮੋਗਾ ਵਾਲੀ ਸਾਈਡ ਵੀ ਇੱਕ ਅਧਿਕਾਰੀ ਉੱਥੇ ਗਿਆ ਹੈਗਾ, ਬਰਨਾਲਾ ਸਾਈਡ ਵੀ ਗਿਆ ਹੈਗਾ।
ਤਾਂ ਇਹ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਦੋਨਾਂ ਧਿਰਾਂ ਦੇ ਵਿੱਚ ਕਿੰਨਾ ਕੁ ਕੋਆਰਡੀਨੇਸ਼ਨ ਹੈ। ਦੇਖੋ, ਇੱਕ ਹੁੰਦੀ ਹੈ ਸਿਆਸੀ ਕਾਰਜਪਾਲਿਕਾ, ਇੱਕ ਹੁੰਦੀ ਹੈ ਨੌਕਰਸ਼ਾਹੀ। ਇਹਨਾਂ ਦੇ ਵਿੱਚ ਆਪਸੀ ਜੇ ਤਾਲਮੇਲ ਬਣੇਗਾ ਤਾਂ ਹੀ ਜਿਹੜੇ ਉਹਦੇ ਰਿਜ਼ਲਟ ਹੈ ਉਹ ਅੱਛੇ ਸਾਡੇ ਸਾਹਮਣੇ ਆਉਣਗੇ, ਸਰਕਾਰ ਦੀ ਪਰਫਾਰਮੈਂਸ, ਕਾਰਗੁਜ਼ਾਰੀ। ਕਿਉਂਕਿ ਨਿਯਮਾਂ ਤੇ ਨਿਯਮਾਂ ਨੂੰ ਜਿਹੜਾ ਲਾਗੂ ਕਰਨਾ ਹੁੰਦਾ ਹੈ ਉਹ ਤਾਂ ਸਾਡੇ ਬਿਊਰੋਕਰੇਸੀ ਨੇ ਕਰਨਾ ਹੁੰਦਾ ਹੈ, ਪਰ ਕਿਤੇ ਨਾ ਕਿਤੇ ਇਸ ਸਰਕਾਰ ਦੇ ਵਿੱਚ ਥੋੜ੍ਹਾ ਜਿਹਾ ਗੈਪ ਦਿਖ ਰਿਹਾ ਹੈ। ਕਿਉਂਕਿ ਪਹਿਲਾਂ ਇੱਕ ਟਰਡੀਸ਼ਨਲ ਪ੍ਰਬੰਧ ਚੱਲ ਰਿਹਾ ਸੀ ਪੋਲੀਟੀਕਲ, ਉਹਦੇ ਵਿੱਚ ਕੀ ਸੀ ਕਿ ਅਕਾਲੀ ਭਾਜਪਾ ਗੱਠਜੋੜ ਵਾਲੇ ਸੀ, ਦੂਸਰੀ ਤਰਫ ਕਾਂਗਰਸ ਵਾਲੇ ਸੀ, ਤਕਰੀਬਨ ਇਹਨਾਂ ਦਾ ਹੀ ਰਾਜ ਰਿਹਾ। ਤਾਂ ਬਿਊਰੋਕਰੇਸੀ ਵੀ ਇਹਨਾਂ ਨਾਲ ਪੱਕੇ ਤੌਰ ਤੇ ਜੁੜੀ ਹੋਈ ਸੀ। ਜਦੋਂ ਅਕਾਲੀਆਂ ਦੀ ਸਰਕਾਰ ਆਉਂਦੀ ਸੀ ਤਾਂ ਜਿਹੜੇ ਕਾਂਗਰਸ ਪੱਖੀ ਬਿਊਰੋਕਰੇਟ ਸੀ ਉਹਨਾਂ ਨੂੰ ਖੁੱਡੇ ਲੈਣ ਲਾ ਦਿੱਤਾ ਜਾਂਦਾ ਸੀ ਤੇ ਅਕਾਲੀਆਂ ਵਾਲੇ ਜਿਹੜੇ ਉੱਪਰ ਆ ਜਾਂਦੇ ਸੀ। ਇਸ ਤਰ੍ਹਾਂ ਹੀ ਜਦੋਂ ਸਰਕਾਰ ਦੀ ਤਬਦੀਲੀ ਹੁੰਦੀ ਸੀਗੀ ਤਾਂ ਉਲਟ ਹੋ ਜਾਂਦਾ ਸੀਗਾ ਕਿ ਉਸ ਪਾਰਟੀ ਦੇ ਉੱਪਰ ਆ ਜਾਂਦੇ ਸੀ, ਦੂਸਰੀ ਦੇ ਥੱਲੇ ਚਲੇ ਜਾਂਦੇ ਸੀ, ਕਿਸੇ ਨੂੰ ਕੋਈ ਗਿਲਾ ਨਹੀਂ ਸੀ ਹੁੰਦਾ। ਇੱਕ ਤਰ੍ਹਾਂ ਦਾ ਫਰੈਂਡਲੀ ਮੈਚ ਵਰਗਾ ਮਾਹੌਲ ਹੁੰਦਾ ਸੀਗਾ। ਹੁਣ ਜਦੋਂ ਨਵੀਂ ਸਰਕਾਰ ਆ ਗਈ ਹੈ, ਇੱਕ ਨਵੇਂ ਹੋਕੇ ਦੇ ਨਾਲ ਆਈ ਹੈ ਸਰਕਾਰ, ਤਾਂ ਨਵੇਂ ਇਹ ਸਾਰੇ ਬਿਊਰੋਕਰੇਟਾਂ ਦੇ ਵਿੱਚ ਇੱਕ ਡਰ ਸੀ ਕਿ ਇਹਨਾਂ ਨਾਲ ਤਾਲਮੇਲ ਹੈ ਜਿਹੜਾ ਕਿਵੇਂ ਬਿਠਾਇਆ ਜਾਵੇ। ਔਰ ਇਹਨਾਂ ਦੇ ਵਿੱਚ ਮੁੱਖ ਮੰਤਰੀ ਨੇ ਸ਼ੁਰੂ ਤੇ ਕਰਪਸ਼ਨ ਐਕਸ਼ਨ ਲਾਈਨ ਵੀ ਜਾਰੀ ਕਰ ਦਿੱਤੀ ਸੀ ਔਰ ਇਹ ਵੀ ਕਹਿ ਦਿੱਤਾ ਸੀਗਾ ਕਿ ਅਸੀਂ ਜਿਹੜੇ ਇਮਾਨਦਾਰ ਅਫਸਰ ਹੈ ਉਹਨਾਂ ਨੂੰ ਅੱਗੇ ਲੈ ਕੇ ਆਵਾਂਗੇ। ਔਰ ਮੁੱਖ ਮੰਤਰੀ ਕਈ ਜ਼ਿਲ੍ਹਿਆਂ 'ਚ ਜਾ ਕੇ ਡੀਸੀਆਂ ਨੂੰ, ਐਸਐਸਪੀਜ਼ ਨੂੰ ਪੁੱਛਦੇ ਵੀ ਸੀ ਕਿ ਤੁਹਾਡੀ ਕੋਈ ਸਿਫਾਰਿਸ਼ ਸੀ ਕਿ ਅਸੀਂ ਬਿਨਾਂ ਸਿਫਾਰਿਸ਼ ਤੋਂ ਜਿਹੜੇ ਇਮਾਨਦਾਰ ਅਫਸਰ ਹੈ ਉਹਨਾਂ ਨੂੰ ਲਾਵਾਂਗੇ ਤੇ ਇੱਕ ਜਿਹੜਾ ਨੈਕਸਸ ਪੁਰਾਣਾ ਬਣਿਆ ਹੋਇਆ ਸੀ ਉਹਨੂੰ ਤੋੜਾਂਗੇ। ਪਰ ਹੁਣ ਆਤਿਸ਼, ਜਦੋਂ ਅਸੀਂ 7 ਮਹੀਨਿਆਂ ਬਾਅਦ ਨਜ਼ਰ ਮਾਰਦੇ ਹੈਗੇ ਆ ਸਰਕਾਰ ਦੇ ਔਰ ਬਿਊਰੋਕਰੇਸੀ ਦੇ ਆਪਸੀ ਕੋਆਰਡੀਨੇਸ਼ਨ ਤੇ ਜਾਂ ਸਬੰਧਾਂ ਤੇ, ਤਾਂ ਹੁਣ ਹੌਲੀ ਹੌਲੀ, ਕਿਉਂਕਿ ਇੱਕ ਗੱਲ ਕਹੀ ਜਾਂਦੀ ਆ ਆਤਿਸ਼ ਕਿ ਜਦੋਂ ਵੀ ਪੰਜਾਬ ਦੇ ਵਿੱਚ ਨਵੀਂ ਸਰਕਾਰ ਬਣਦੀ ਹੈ ਉਹਦੇ ਜਿਹੜੇ ਪਹਿਲੇ 6 ਮਹੀਨੇ ਹੁੰਦੇ ਨੇ ਉਹ ਇਦਾਂ ਦੇ ਹੀ ਹੁੰਦੇ ਨੇ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨੇ। ਇਹ ਕੋਈ ਅਲੋਕਾਰੀ ਨਹੀਂ। ਜਿਹੜੀ ਅਸਲੀ ਪੜਚੋਲ ਹੋਣੀ ਹੈ ਉਹ ਤਾਂ ਤੁਹਾਡੀ 6-7 ਮਹੀਨਿਆਂ ਤੋਂ ਬਾਅਦ ਸ਼ੁਰੂ ਹੋਣੀ ਹੈ ਕਿ ਤੁਸੀਂ ਕੀ ਸਾਹਮਣੇ ਕੱਢ ਕੇ ਲੋਕਾਂ ਦੇ ਲਿਆਉਣੇ ਕਿ ਅਸਲੀ ਪੰਜਾਬ ਦੇ ਤਕਦੀਰ ਬਦਲਣ ਦੇ ਲਈ ਜਾਂ ਭਵਿੱਖ ਬਦਲਣ ਦੇ ਲਈ ਤੁਹਾਡੀਆਂ ਕੀ ਨੀਤੀਆਂ ਨੇ, ਕੀ ਪ੍ਰੋਗਰਾਮ ਨੇ। ਪਹਿਲੇ 5 ਮਹੀਨੇ ਤਾਂ ਜਾਂ 6 ਮਹੀਨੇ ਇੱਦਾਂ ਹੀ ਕਰਦੇ ਆ। ਤੁਹਾਡੇ ਯਾਦ ਹੋਏਗਾ ਜਦੋਂ ਅਕਾਲੀ ਭਾਜਪਾ ਹਕੂਮਤ ਦੀ ਸਰਕਾਰ ਬਣੀ ਸੀ ਤੇ ਆਪਣੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕਿਹਾ ਸੀਗਾ ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਵਾਂਗੇ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਅਸੀਂ ਜਿਹੜੇ ਕਰਪਟ ਅਫਸਰਾਂ ਨੂੰ ਫੜਾਉਣਗੇ ਉਹਨਾਂ ਨੂੰ ਇਨਾਮ ਵੀ ਰੱਖਿਆ ਸੀ, 50,000 ਰੁਪਏ ਦਾ ਨਾਮ ਰੱਖਿਆ ਸੀ, 25,000 ਦਾ ਨਾਮ ਰੱਖਿਆ ਸੀ। ਔਰ ਉਹਨਾਂ ਨੇ ਇੱਕ ਇਨਾਮ ਰੱਖਿਆ ਸੀ ਕਿ ਜਿਹੜਾ ਮੋਸਟ ਓਨੈਸਟ ਅਧਿਕਾਰੀ ਹੋਏਗਾ ਪੰਜਾਬ ਦਾ ਉਸ ਨੂੰ ਅਸੀਂ ਹਰ ਸਾਲ ਸਨਮਾਨਿਤ ਕਰਿਆ ਕਰਾਂਗੇ। ਇਹ ਵੱਖਰੀ ਗੱਲ ਹੈ ਕਿ ਉਹ ਟਰਾਫੀਆਂ ਬਣ ਗਈਆਂ ਸੀ ਪਰ ਉਹ ਟਰਾਫੀਆਂ ਦਿੱਤੀਆਂ ਨਹੀਂ ਜਾ ਸਕੀਆਂ। ਹੋ ਸਕਦਾ ਹੈ ਕੋਈ ਮੋਸਟ ਓਨੈਸਟ ਅਧਿਕਾਰੀ ਉਹਨਾਂ ਟਾਈਮਾਂ ਦੇ ਵਿੱਚ ਨਾ ਲੱਭਿਆ ਹੋਵੇ। ਇਵੇਂ ਅਮਰਿੰਦਰ ਦੀ ਸਰਕਾਰ ਆਈ ਸੀ ਪਹਿਲੀ ਪਾਰੀ ਦੇ ਵਿੱਚ, ਉਹਨਾਂ ਨੇ ਵੀ ਕਿੰਨੇ ਕਰਪਟ ਲੋਕਾਂ ਨੂੰ ਫੜ ਕੇ ਅੰਦਰ ਕੀਤਾ ਸੀ। ਸੋ ਪਹਿਲੇ 6 ਮਹੀਨਿਆਂ ਵਿੱਚ ਹਰ ਸਰਕਾਰ ਹੈ ਜਿਹੜੀ ਦਮਗਜ਼ੇ ਮਾਰਦੀ ਹੈ ਉਹ ਲੋਕਾਂ ਨੂੰ ਇੱਕ ਇੰਪ੍ਰੈਸ਼ਨ ਦੇਣਾ ਹੁੰਦਾ ਕਿ ਅਸੀਂ ਇੱਕ ਤਬਦੀਲੀ ਕਰ ਰਹੇ ਹੈਗੇ ਹਾਂ। ਸੋ ਇਹ ਸਰਕਾਰ ਤਾਂ ਆਈ ਤਬਦੀਲੀ ਦੇ ਨਾਂ 'ਤੇ ਸੀ, ਲੋਕਾਂ ਨੂੰ ਇਸ ਤੋਂ ਜ਼ਿਆਦਾ ਉਮੀਦਾਂ ਸੀ। ਪਰ ਜਦੋਂ ਅਸੀਂ 6 ਮਹੀਨਿਆਂ ਬਾਅਦ ਇਹਨਾਂ ਦੇ ਦੇਖਦੇ ਹਾਂ ਕਾਰਗੁਜ਼ਾਰੀ, ਤਾਂ ਪਿੱਛੇ ਜੇ ਬੜੀ ਇੱਕ ਚਰਚਾ ਪੰਜਾਬ ਦੇ ਵਿੱਚ ਛਿੜੀ ਹੋਈ ਹੈ ਕਿ ਇਹਨਾਂ ਨੇ ਕੁਝ ਜਿਹੜੇ ਓਨੈਸਟ ਅਧਿਕਾਰੀ ਸੀਗੀ ਸੀਨੀਅਰ, ਉਹਨਾਂ ਨੂੰ ਅਹਿਮ ਅਹੁਦਿਆਂ ਤੋਂ ਹਟਾ ਦਿੱਤਾ। ਪਤਾ ਲੱਗਿਆ ਕਿ ਉਹ ਸਰਕਾਰ ਦੇ ਮੁਤਾਬਕ ਕੰਮ ਕਰਨ ਨੂੰ ਤਿਆਰ ਨਹੀਂ ਸੀ। ਉਹਨਾਂ ਦੀ ਥਾਂ ਤੇ ਇਹੋ ਜਿਹੇ ਬੰਦਿਆਂ ਨੂੰ ਡਿਪਿਊਟ ਕੀਤਾ ਹੈਗਾ, ਉਹਨਾਂ ਅਹੁਦਿਆਂ ਦੀ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਜਿਨ੍ਹਾਂ ਦਾ ਕਿਸੇ ਨਾ ਕਿਸੇ ਸਕੈਂਡਲ ਦੇ ਵਿੱਚ ਨਾਮ ਬੋਲਦਾ ਹੈਗਾ। ਉਹ ਤੋਂ ਸਰਕਾਰ ਤੇ ਸਿੱਧੀ ਹੈ ਜਿਹੜੀ ਉਹ ਉਂਗਲ ਉੱਠ ਰਹੀ ਹੈ। ਔਰ ਲੋਕ ਤਾਂ ਇਹ ਵੀ ਵਾਚ ਕਰ ਰਹੇ ਨੇ, ਜਿਹੜੇ ਚੇਤਨ ਲੋਕ ਨੇ, ਕਿ ਅਗਰ ਸਰਕਾਰ ਇੱਦਾਂ ਹੀ ਚਲਦੀ ਰਹੀ ਤਾਂ ਫਿਰ ਉਹਨਾਂ ਤੇ ਇਹਨਾਂ ਦੇ ਵਿੱਚ ਕੀ ਫਰਕ ਰਹਿ ਜਾਏਗਾ। ਇੱਕ ਅਧਿਕਾਰੀ ਤਾਂ ਆਤਿਸ਼ ਇਸ ਕਿਸਮ ਦਾ ਸਰਕਾਰ ਨੇ ਆਪਣੇ ਡਿਪਿਊਟ ਕੀਤਾ ਹੈ, ਨਵੀਂ ਅਸਾਈਨਮੈਂਟ ਦਿੱਤੀ ਹੈ, ਜਿਹੜਾ ਦਾਅਵਾ ਕਰਦਾ ਸੀ 2 ਮਹੀਨੇ ਪਹਿਲਾਂ ਕਿ ਮੈਂ ਆਮ ਆਦਮੀ ਪਾਰਟੀ ਦੇ ਤੋਤੇ ਨੂੰ ਮਿਰਚ ਖਵਾ ਦੂੰਗਾ, ਤਾਂ ਉਹ ਅਧਿਕਾਰੀ ਮਿਰਚ ਖਵਾਉਣ 'ਚ ਜਿਹੜਾ ਸਫਲ ਹੋ ਗਿਆ। ਤੇ ਅਗਰ ਇਸ ਤਰ੍ਹਾਂ ਦੇ ਅਧਿਕਾਰੀ ਹੋਰ ਸਾਹਮਣੇ ਆਉਣਗੇ ਤਾਂ ਸਰਕਾਰ ਦਾ ਪਤਾ ਲੱਗ ਜਾਏਗਾ ਕਿ ਉਹਨਾਂ ਦੀ ਜਿਹੜੀ ਕਰਪਸ਼ਨ ਨੂੰ ਲੈ ਕੇ ਜਿਹੜੀ ਨੀਤੀ ਤੇ ਨੀਅਤ, ਉਹਦਾ ਜਿਹੜਾ ਅਮਲ ਹੈ ਜਾਂ ਹਕੀਕਤ ਹੈ ਉਹ ਕੀ ਹੈ। ਤਾਂ ਇਹ ਸਾਡੇ ਸਾਹਮਣੇ ਹੈਗਾ। ਤਾਂ ਦੂਜੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਕਾਫੀ ਲੰਬਾ ਟਾਈਮ ਜਿਹੜਾ ਹੈਗਾ ਰਾਸ਼ਟਰਪਤੀ ਰਾਜ ਹੈ ਜਿਹੜਾ ਉਹ ਰਿਹਾ ਤੇ ਪੰਜਾਬ ਦੀ ਬਿਊਰੋਕਰੇਸੀ ਦੀਆਂ ਜਿਹੜੀਆਂ ਆਦਤਾਂ ਨੇ ਉਦੋਂ ਤੋਂ ਹੀ ਕਾਫੀ ਵਿਗੜੀਆਂ ਨੇ। ਜਿਵੇਂ ਕਿਹਾ ਜਾਂਦਾ ਕਿ ਜਿਹੜੀ ਪੋਲੀਟੀਕਲ ਪਾਰਟੀਆਂ ਦਾ ਤਾਂ ਆਉਣ ਜਾਣ ਬਣਿਆ ਰਹਿੰਦਾ ਸਰਕਾਰਾਂ ਦੇ ਵਿੱਚ, 5 ਸਾਲ ਬਾਅਦ ਸਰਕਾਰ ਬਦਲ ਜਾਂਦੀ ਹੈ। ਔਰ ਜਿਹੜੀ ਬਿਊਰੋਕਰੇਸੀ ਹੈ ਇਹਨਾਂ ਦੀ ਤਾਂ ਜਿਹੜੀ ਸਦਾ ਹੀ ਜਿਹੜੀ ਉਹ ਹਕੂਮਤ ਹੈ ਜਾਂ ਸਰਕਾਰ ਰਹਿੰਦੀ ਹੈਗੀ ਹੈ। ਸੋ ਇਹਨਾਂ ਦੇ ਜਿਹੜੇ ਇੱਕ ਤਰ੍ਹਾਂ ਦਾ ਇਹਨਾਂ ਨੂੰ ਪੁੱਠੀ ਆਦਤਾਂ ਪਈਆਂ ਹੋਈਆਂ ਨੇ। ਇੱਕ ਇਹਨਾਂ ਦੀ ਜਿੱਥੇ ਨਵੇਂ IAS ਅਫਸਰ ਚੁਣ ਕੇ ਟ੍ਰੇਨਿੰਗ ਕਰਦੇ ਹੈਗੇ ਨੇ, ਉਹਨਾਂ ਦੀ ਅਕੈਡਮੀ ਹੈ, ਜਿਵੇਂ
ਇੱਕ ਹੈ ਲਾਲ ਬਹਾਦਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ ਐਡਮਿਨਿਸਟ੍ਰੇਸ਼ਨ, ਉਹਨਾਂ ਦੇ ਇੱਕ ਸਾਬਕਾ ਜਿਹੜੇ ਡਾਇਰੈਕਟਰ ਹੋਏ MC ਸਕਸੈਨਾ, ਉਹਨਾਂ ਨੇ ਇੱਕ 2019 ਦੇ ਸਰਵੇ ਦੇ ਹਵਾਲੇ ਦੇ ਨਾਲ ਕੁਝ ਟਾਈਮ ਪਹਿਲਾਂ ਗੱਲ ਕਹੀ ਸੀ ਇਹ, ਕਿ ਜਿਹੜੀ ਪੰਜਾਬ ਦੀ ਬਿਊਰੋਕਰੇਸੀ ਹੈ ਔਰ ਉੱਤਰੀ ਪੂਰਬੀ ਰਾਜਾਂ ਦੀ ਜਿਹੜੀ ਬਿਊਰੋਕਰੇਸੀ ਹੈ, ਉਹਨੂੰ ਉਹਨੇ ਪੂਰੇ ਹਿੰਦੁਸਤਾਨ ਦੇ ਵਿੱਚੋਂ ਅੱਵਲ ਦਰਜਾ ਦਿੱਤਾ ਸੀ, 1 ਨੰਬਰ ਦਾ ਦਰਜਾ ਦਿੱਤਾ ਸੀਗਾ। ਤਾਂ ਹੁਣ ਇੱਕ ਵੱਡਾ ਨਵੀਂ ਸਰਕਾਰ ਅੱਗੇ ਜਿਹੜੀ ਪਰਖ ਦੀ ਗੱਲ ਹੋਏਗੀ, ਜਿਵੇਂ ਪਿਛਲੀਆਂ ਸਰਕਾਰਾਂ ਦੇ ਵਿੱਚ ਬਹੁਤ ਸਾਰੇ ਅਧਿਕਾਰੀਆਂ ਤੇ ਜਿਹੜੇ ਵਿਜੀਲੈਂਸ ਨੇ ਪਰਚੇ ਦਰਜ ਕੀਤੇ, ਪਰ ਉਹਦੀਆਂ ਪ੍ਰਵਾਨਗੀਆਂ ਸਰਕਾਰਾਂ ਨੇ ਨਹੀਂ ਦਿੱਤੀਆਂ ਜਾਂ ਸੰਬੰਧਿਤ ਵਿਭਾਗਾਂ ਨੇ ਨਹੀਂ ਦਿੱਤੀਆਂ। ਤਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਇਹ ਪ੍ਰਵਾਨਗੀਆਂ ਦੇਗੀ? ਚਾਹੇ ਮੁੱਖ ਸਕੱਤਰ ਨੇ ਪਿਛਲੇ ਦਿਨਾਂ ਦੇ ਵਿੱਚ ਮੀਟਿੰਗ ਹੈ ਜਿਹੜੀ ਉਹ ਕੀਤੀ ਹੈਗੀ ਹੈ, ਇੱਕ ਮੀਟਿੰਗ ਦੇ ਵਿੱਚ ਕਿਹਾ ਕਿ ਪ੍ਰਵਾਨਗੀਆਂ ਦਿੱਤੀਆਂ ਜਾਣ, ਪਰ ਪ੍ਰੈਕਟੀਕਲੀ ਰੂਪ ਹੈ ਜਿਹੜਾ ਉਹਦਾ ਦੇਖਣ ਵਾਲੀ ਗੱਲ ਹੋਏਗੀ। ਉਹਦੇ ਨਾਲ ਹੀ ਸਰਕਾਰ ਦਾ ਪਤਾ ਲੱਗੇਗਾ ਕਿ ਇਹਦੇ ਜਿਹੜੇ ਪਹਿਲਾਂ ਕੀਤੇ ਹੋਏ ਐਲਾਨ ਹੈ ਜਾਂ ਮੁੱਖ ਮੰਤਰੀ ਜੋ ਕਹਿ ਰਹੇ ਨੇ, ਇਹਨਾਂ ਦੀ ਕਹਿਣੀ ਤੇ ਕਰਨੀ ਦੇ ਵਿੱਚ ਕਿੰਨਾ ਕੁ ਜਿਹੜਾ ਇੱਕ ਤਾਲਮੇਲ ਹੈਗਾ। ਸੋ ਆਉਣ ਵਾਲੇ ਦਿਨਾਂ 'ਚ ਜਿਹੜੀ ਕਿਉਂਕਿ 7 ਮਹੀਨੇ ਹੋ ਗਏ ਨੇ, ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਹੌਲੀ ਹੌਲੀ ਕੀ ਹੁੰਦਾ ਹੈ ਕਿ ਸਰਕਾਰ ਨੇ ਬਹੁਤ ਤਰ੍ਹਾਂ ਦੇ ਕੰਮ ਇਹੋ ਜਿਹੇ ਹੁੰਦੇ ਨੇ ਕਿ ਜਿਹੜੇ ਓਨੈਸਟ ਪਰਸਨ ਹੈ ਉਹ ਨਹੀਂ ਕਰਦੇ। ਆਪਾਂ ਇਹ ਨਹੀਂ ਕਹਿੰਦੇ ਕਿ ਪੰਜਾਬ ਦੀ ਸਾਰੀ ਬਿਊਰੋਕਰੇਸੀ ਮਾੜੀ ਹੈ, 5 ਉਂਗਲਾਂ ਕਦੇ ਬਰਾਬਰ ਨਹੀਂ ਹੁੰਦੀਆਂ। ਤਾਂ ਬਹੁਤ ਸਾਰੇ ਕੰਮ ਹੈ ਜਿਹੜੇ ਉਹ ਕੁਛ ਬਣਦੇ ਨੇ, ਮੈਦਾਨ 'ਚ ਕੁੱਦਦੇ ਨੇ ਕਿ ਅਸੀਂ ਕਰਾਂਗੇ। ਸੋ ਇਹੋ ਜਿਹੇ ਅਧਿਕਾਰੀਆਂ ਨੂੰ ਪੋਸਟਾਂ ਮਿਲਦੀਆਂ ਨੇ। ਤਾਂ ਮੈਨੂੰ ਪਤਾ ਲੱਗਿਆ ਕਿ ਇਹ ਅਫਸਰਾਂ ਦੀ ਇੱਕ ਲੌਬੀ ਹੈ ਜਿਹੜੀ ਥੋੜ੍ਹੀ ਦਾਗਦਾਰ ਹੈਗੀ ਕਿਤੇ ਨਾ ਕਿਤੇ। ਉਹਨਾਂ ਨੂੰ ਥੋੜ੍ਹੀ ਖੁਸ਼ੀ ਉਹਨਾਂ ਦੇ ਚਿਹਰਿਆਂ 'ਤੇ ਆਈ ਹੈ ਕਿ ਸਰਕਾਰ ਦੇ ਵਿੱਚ ਜੇ 2-4 ਬੰਦੇ ਸਾਡੇ ਪਹਿਲਾਂ ਇੰਟਰ ਹੋ ਗਏ ਨੇ ਤਾਂ ਸਾਡਾ ਵੀ ਦੇਰ ਸਵੇਰ ਹੈ ਜਿਹੜਾ ਨੰਬਰ ਲੱਗ ਜਾਏਗਾ। ਚਰਨਜੀਤ ਜੀ, 7 ਮਹੀਨਿਆਂ ਦੀ ਕਾਰਗੁਜ਼ਾਰੀ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਜ਼ੋਰ ਸ਼ੋਰ ਨਾਲ ਪ੍ਰਚਾਰ ਰਹੀ ਹੈ, ਚਾਹੇ ਗੁਜਰਾਤ ਹੋਵੇ ਚਾਹੇ ਹਿਮਾਚਲ, ਹਰ ਥਾਂ 'ਤੇ 7 ਮਹੀਨਿਆਂ ਦੀ ਕਾਰਗੁਜ਼ਾਰੀ ਦਾ ਜ਼ਿਕਰ ਕੀਤਾ ਜਾ ਰਿਹਾ। ਪਰ ਇਹਨਾਂ 7 ਮਹੀਨਿਆਂ 'ਚ ਦੇਖੀਏ ਤਾਂ ਸਰਕਾਰ ਤੇ ਅਫਸਰ ਕਈ ਵਾਰ ਆਮੋ ਸਾਹਮਣੇ ਵੀ ਦਿਖਾਈ ਦਿੱਤੇ ਨੇ। ਇਹ ਚਰਚਾਵਾਂ ਵੀ ਚੱਲ ਰਹੀਆਂ ਨੇ ਵੀ ਕਿ ਅਫਸਰਾਂ ਦਾ ਤੇ ਸਰਕਾਰ 'ਚ ਤਾਲਮੇਲ ਨਹੀਂ ਬਣ ਰਿਹਾ, ਜੋ ਰਾਬਤਾ ਬਣਨਾ ਚਾਹੀਦਾ ਉਹ ਰਾਬਤਾ ਨਹੀਂ ਬਣ ਰਿਹਾ। ਪਹਿਲਾਂ ਤਾਂ ਅਸੀਂ ਮੁੜ ਤੋਂ ਜਿਹੜਾ ਹੈਗਾ ਇਹੀ ਜਾਣਨਾ ਚਾਹਾਂਗੇ ਕਿ ਜੋ ਰਾਬਤਾ ਅਫਸਰਾਂ ਦਾ ਤੇ ਸਰਕਾਰ ਦਾ ਹੋਣਾ ਚਾਹੀਦਾ ਉਹ ਹੈਗਾ। ਇਸ ਦੇ ਨਾਲ ਹੀ ਇਹਨਾਂ 7 ਮਹੀਨਿਆਂ 'ਚ ਅਫਸਰਾਂ ਦੀ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਦੇਖੋ? ਦੇਖੋ ਆਤਿਸ਼, ਗੱਲ ਇਹ ਹੈ, ਇਹੀ ਆਪਾਂ ਰਾਬਤੇ ਦੀ ਹੀ ਗੱਲ ਹੀ ਕਰ ਰਹੇ ਹੈਗੇ ਹਾਂ। ਪਿੱਛੇ ਤੁਹਾਡੇ ਯਾਦ ਹੋਏਗਾ ਕਿ ਜਦੋਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਲਾਉਣੇ ਸੀਗੇ ਤਾਂ ਪਹਿਲਾਂ ਬਾਬਾ ਫਰੀਦ ਜੀ ਮੈਡੀਕਲ ਯੂਨੀਵਰਸਿਟੀ ਹੈ ਫਰੀਦਕੋਟ ਵਾਲੀ, ਉਹਨਾਂ ਦਾ ਜਦੋਂ 3 ਮੈਂਬਰਾਂ ਦਾ ਪੈਨਲ ਹੈ ਜਿਹੜਾ ਉਹ ਚਾਂਸਲਰ ਨੂੰ ਭੇਜਣਾ ਸੀਗਾ, ਤਾਂ ਉੱਥੇ ਇਕੱਲੇ ਡਾਕਟਰ ਗੁਰਪ੍ਰੀਤ ਸਿੰਘ ਦਾ ਨਾਮ ਗਿਆ। ਤਾਂ ਉਹਨਾਂ ਨੇ ਰਾਜਪਾਲ ਨੇ ਜਿਹੜਾ ਉਸ 'ਤੇ ਓਬਜੈਕਸ਼ਨ ਲੈ ਕੇ ਵਾਪਸ ਕਰ ਦਿੱਤਾ। ਹੁਣ ਦੇਖੋ, ਇਹ ਤਾਂ ਕਿਹਾ ਜਾਂਦਾ ਕਿ ਇਹ ਨਵੀਂ ਸਰਕਾਰ ਹੈ, ਇਹਨੂੰ ਹੋ ਸਕਦਾ ਹੈ ਕਿ ਕਾਨੂੰਨੀ ਨੁਕਤਿਆਂ ਦੀ ਘੁੰਤਰਾਂ ਦੀ ਉਨੀ ਜਾਣਕਾਰੀ ਜਿਹੜੀ ਨਹੀਂ ਹੋਵੇਗੀ, ਪਰ ਜਿਹੜੇ ਨਾਲ ਬਿਊਰੋਕਰੇਟ ਜੁੜੇ ਹੋਏ ਨੇ ਉਹਨਾਂ ਨੂੰ ਤਾਂ ਇਹਨਾਂ ਗੱਲਾਂ ਦੀ ਜਾਣਕਾਰੀ ਹੈ। ਤਾਂ ਉਦੋਂ ਇਹ ਗੱਲ ਉੱਠੀ ਸੀ। ਹੁਣ ਜਦੋਂ ਪੰਜਾਬ ਖੇਤੀ ਯੂਨੀਵਰਸਿਟੀ ਦਾ ਜਿਹੜਾ VC ਲਾਏ ਨੇ ਸਤਵੀਰ ਸਿੰਘ ਗੋਸਲ, ਤਾਂ ਉਹਨਾਂ ਦੀ ਜਿਹੜੀ ਪੁਆਇੰਟ ਆਊਟ ਕੀਤਾ ਹੈਗਾ ਰਾਜਪਾਲ ਨੇ ਕਿ ਅਸੀਂ ਕਾਨੂੰਨੀ ਰਾਏ ਲਵਾਂਗੇ ਜੇ ਸਰਕਾਰ ਨਹੀਂ ਹਟਾਏਗੀ, ਤਾਂ ਉਹਦਾ ਵੀ ਜਿਹੜਾ ਨਾਮ ਹੈ ਕਿ ਉੱਥੇ ਭੇਜਿਆ ਜਾਣਾ ਬਣਦਾ ਸੀ ਚਾਂਸਲਰ ਕੋਲੇ। ਇਹ ਸਾਰੀਆਂ ਜਿਹੜੀਆਂ ਮਸ਼ਵਰੇ ਹੈ, ਇਹ ਮੇਨ ਰੋਲ ਹੁੰਦਾ ਹੈ ਕਿ ਮੁੱਖ ਮੰਤਰੀ ਦੇ ਨਾਲ ਸਰਕਾਰ ਦੇ ਜਿਹੜੇ ਹਾਈ ਲੈਵਲ 'ਤੇ ਨਾਲ ਜੁੜੇ ਹੋਏ ਅਫਸਰ ਹੈ ਉਹਨਾਂ ਨੂੰ ਮਸ਼ਵਰਾ ਦੇਣਾ ਹੁੰਦਾ ਟਾਈਮ ਟੂ ਟਾਈਮ। ਇਹਦਾ ਮਤਲਬ ਕਿਤੇ ਨਾ ਕਿਤੇ ਗੈਪ ਹੈ ਜਿਹੜਾ ਉਹ ਰਹਿ ਰਿਹਾ ਹੈਗਾ। ਕੱਲਾ ਇਹ ਨਹੀਂ ਕਿ ਭਗਵੰਤ ਮਾਨ ਨੇ ਕਿਹਾ ਹੈਗਾ ਕਿ ਅਸੀਂ ਪਿੰਡਾਂ 'ਚੋਂ ਸਰਕਾਰ ਚਲਾ ਲਾਂਗੇ ਜਾਂ ਅਸੀਂ ਬਿਊਰੋਕਰੇਸੀ ਨੂੰ ਸਿੱਧਾ ਕਰ ਲਾਵਾਂਗੇ। ਭਗਵੰਤ ਮਾਨ ਨੇ ਤਾਂ ਇਹ ਵੀ ਕਿਹਾ ਸੀ ਕਿ ਜਿਸ ਤਰ੍ਹਾਂ ਪਹਿਲਾਂ ਸੁਖਬੀਰ ਬਾਦਲ ਕਹਿੰਦੇ ਸੀ ਕਿ ਮੇਰੇ ਕੋਲ ਲਾਲ ਡਾਇਰੀ ਹੈ 2018 ਦੇ ਵਿੱਚ, ਕਿ ਜਿਹੜੇ ਅਧਿਕਾਰੀ ਹੈ ਜਿਹੜੇ ਬਦਲਾਖੋਰੀ ਦੀ ਰਾਜਨੀਤੀ ਕਰ ਰਹੇ ਨੇ ਉਹਨਾਂ ਨੂੰ ਅਸੀਂ ਆਉਂਦੇ ਹੀ ਟੰਗਾਂਗੇ। ਇਸ ਕਿਸਮ ਦੀ ਭਾਸ਼ਾ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਸੀ। ਤੇ ਇਹਨਾਂ ਦੀ ਸਰਕਾਰ ਦੇ ਵਿੱਚ ਜਿਹੜੇ ਨਵੇਂ ਮੁੱਖ ਮੰਤਰੀ ਹੈ ਇਹ ਕਹਿੰਦੇ ਸੀ ਕਿ ਸਾਡੇ ਕੋਲ ਹਰੀ ਡਾਇਰੀ ਹੈ, ਕਿ ਜਿਹੜੇ ਇਮਾਨਦਾਰ ਅਫਸਰ ਹੈ ਅਸੀਂ ਉਹਨਾਂ ਨੂੰ ਉੱਪਰ ਚੁੱਕਾਂਗੇ, ਉਹਨਾਂ ਨਾਲ ਤਾਲਮੇਲ ਠੀਕ ਬਿਠਾਵਾਂਗੇ। ਪਰ ਅਜੇ ਤੱਕ ਇੱਕ ਤਰ੍ਹਾਂ ਦਾ ਭੰਬਲ ਭੂਸਾ ਜਿਹੜਾ ਉਹ ਬਣਿਆ ਹੋਇਆ ਹੈ। ਇਵੇਂ ਜਿਵੇਂ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਸੀ ਉਹ ਸੰਗਤ ਦਰਸ਼ਨ ਕਰਦੇ ਹੁੰਦੇ ਸੀ, ਉਹ ਵੀ ਪਿੰਡਾਂ 'ਚ ਅਫਸਰਾਂ ਨੂੰ ਲੈ ਕੇ ਜਾਂਦੇ ਹੁੰਦੇ ਸੀ, ਪਰ ਫਿਰ ਵੀ ਉਹਨਾਂ ਦੀ ਕਿਤੇ ਨਾ ਕਿਤੇ ਜਿਹੜੀ ਸੈਟਿੰਗ ਬਣੀ ਹੁੰਦੀ ਸੀਗੀ। ਜਵਾਹਰ ਲਾਲ ਨਹਿਰੂ ਜਦੋਂ ਪ੍ਰਾਈਮ ਮਿਨਿਸਟਰ ਬਣੇ ਹੈ ਉਹਨਾਂ ਨੇ ਵੀ ਕੇਰਾਂ ਇਹ ਐਕਸਪੈਰੀਮੈਂਟ ਕੀਤਾ ਸੀਗਾ। ਉਹ ਕਹਿੰਦੇ ਸੀ ਕਿ ਮੇਰੇ ਅਫਸਰ ਹੈ ਜਿਹੜੇ ਉਹ ਪਿੰਡਾਂ 'ਚ ਦਰਖਤਾਂ ਥੱਲੇ ਬੈਠ ਕੇ ਲੋਕਾਂ ਦਾ ਮਸ਼ਵਰਾ ਲਿਆ ਕਰਨਗੇ, ਫਿਰ ਨਵੇਂ ਪ੍ਰੋਗਰਾਮ ਤੇ ਨਵੀਆਂ ਨੀਤੀਆਂ ਜਿਹੜੀਆਂ ਉਹ ਘੜਿਆ ਕਰਾਂਗੇ। ਪਰ ਅਸਲ ਜਿਸ ਤਰ੍ਹਾਂ ਵੱਲਭ ਭਾਈ ਪਟੇਲ ਕਹਿੰਦੇ ਨੇ ਕਿ ਜਿਹੜਾ ਪ੍ਰਸ਼ਾਸਨ ਦਾ ਚਰਿੱਤਰ ਹੈ ਉਹ ਹੁਣ ਸ਼ਾਸਨ ਦੇ ਵਿੱਚ ਤਬਦੀਲ ਹੋ ਗਿਆ। ਬਿਊਰੋਕਰੇਟ ਨੂੰ ਲੱਗਦਾ ਕਿ ਅਸੀਂ ਸਰਕਾਰ ਹੈਗੇ ਹਾਂ। ਇਹ ਗੱਲ ਸੱਚੀ ਵੀ ਹੁੰਦੀ ਹੈ ਕਾਫੀ ਹੱਦ ਤੱਕ, ਕਿਉਂਕਿ ਸਰਕਾਰ ਦਾ ਇੱਕ ਦਰਪਣ ਹੁੰਦਾ ਹੈ। ਜੇ ਤੁਹਾਡੇ ਅਫਸਰ ਵਧੀਆ ਹੋਣਗੇ, ਚੰਗੇ ਲਾਏ ਹੋਣਗੇ ਅੱਗੇ, ਤਾਂ ਸਰਕਾਰ ਦੀ ਜਿਹੜੀ ਗੁੱਡਵਿਲ ਬਣੇਗੀ ਉਸ ਚੀਜ਼ ਨਾਲ। ਪਰ ਪਿਛਲੇ ਟਾਈਮ ਦੇ ਵਿੱਚ ਸਰਕਾਰਾਂ ਦੇ ਵਿੱਚ ਔਰ ਬਿਊਰੋਕਰੇਸੀ ਦੇ ਵਿੱਚ ਇੱਕ ਨੈਕਸਸ ਹੈ ਜਿਹੜਾ ਉਹ ਬਣਿਆ ਹੋਇਆ। ਜਿਸ ਤਰ੍ਹਾਂ ਪੰਜਾਬ ਨੂੰ ਅਸੀਂ ਕਹਿੰਦੇ ਹਾਂ ਕਿ ਪੰਜਾਬ ਲੁੱਟਿਆ ਗਿਆ, ਪੰਜਾਬ ਸਿਰ ਕਰਜ਼ਾ ਚੜ੍ਹ ਗਿਆ, ਤਾਂ ਉਹਦਾ ਅਸੀਂ ਇਕੱਲਾ ਜ਼ਿੰਮੇਵਾਰ ਪੋਲੀਟੀਸ਼ੀਅਨਾਂ ਨੂੰ ਤਾਂ ਮੰਨ ਲੈਂਦੇ ਹਾਂ ਔਰ ਬਿਊਰੋਕਰੇਸੀ ਨੂੰ ਅਸੀਂ ਬਰੀ ਕਰ ਦਿੰਦੇ ਹੈਗੇ ਹਾਂ।
ਤਾਂ ਸਾਂਝੇ ਇਹਨਾਂ ਦੀ ਵੀ ਜ਼ਿੰਮੇਵਾਰੀ ਜਿਹੜੀ ਜਾਂ ਜਵਾਬਦੇਹੀ ਹੈ ਉਹ ਤੈਅ ਹੋਣੀ ਚਾਹੀਦੀ ਹੈ। ਪਰ ਹੁੰਦਾ ਕੀ ਹੈ, ਮੈਂ ਤਾਂ ਇੱਥੇ ਦੇਖਦਾ ਕਿ ਪੰਜਾਬ ਦੇ ਬਹੁਤ ਸਾਰੇ ਜਿਹੜੇ ਅਫਸਰ ਹੈ, ਮੈਜੋਰਟੀ ਅਫਸਰ ਹੈ ਜਿਹੜੇ, ਉਹ ਚੰਡੀਗੜ੍ਹ ਚੋਂ ਬਾਹਰ ਨਹੀਂ ਜਾਂਦੇ ਪੰਜਾਬ 'ਚ। ਮੈਂ ਨਹੀਂ ਦੇਖਿਆ ਕਿ ਪੰਜਾਬ 'ਚ ਮੂਵ ਕਰਦੇ ਹੁਣ, ਕਦੇ ਘੁੰਮਦੇ ਹੁਣ। ਇਹ ਠੀਕ ਹੈ ਕਿ ਉਹਨਾਂ ਨੇ ਦਫ਼ਤਰਾਂ 'ਚ ਬਹਿ ਕੇ ਫੈਸਲੇ ਲੈਣੇ ਹੁੰਦੇ ਆ, ਫੈਸਲਿਆਂ ਨੂੰ ਲਾਗੂ ਕਰਨਾ ਹੁੰਦਾ, ਮੀਟਿੰਗਾਂ ਕਰਨੀਆਂ ਹੁੰਦੀਆਂ ਨੇ। ਪਰ ਇੱਦਾਂ ਵੀ ਇੱਕ ਵਾਰੀ ਬਾਦਲ ਸਾਹਿਬ ਨੇ ਅਡਾਪਟ ਕੀਤਾ ਸੀ ਕਿ ਅਧਿਕਾਰੀ ਆ ਜਿਹੜੇ, ਉਹ 3 ਦਿਨ ਦਫ਼ਤਰਾਂ 'ਚ ਬੈਠਣਗੇ, ਵਜ਼ੀਰ ਵੀ ਦਫ਼ਤਰਾਂ 'ਚ ਬੈਠਣਗੇ, ਔਰ 3 ਦਿਨ ਹੈ ਜਿਹੜੇ ਹੋਏ ਅਧਿਕਾਰੀ ਉਹ ਫੀਲਡ 'ਚ ਜਾਣਗੇ, ਅਤੇ ਸਾਡੇ ਵਜ਼ੀਰ ਹੈ ਉਹ ਵੀ ਫੀਲਡ ਦੇ ਵਿੱਚ ਜਾਣਗੇ। ਇਸ ਤਰ੍ਹਾਂ ਦੀ ਕੋਈ ਵਿਉਂਤਬੰਦੀ ਕੀਤੀ ਜਾ ਸਕਦੀ ਹੈ। ਮੋਸਟਲੀ ਬਿਊਰੋਕਰੇਟ ਹੈ ਜਿਹੜੇ ਇੱਥੇ, ਮੈਂ ਤਾਂ ਦੇਖੇ ਗੋਲਫ ਕਲੱਬ ਚਲੇ ਜਾਂਦੇ ਨੇ, ਜਾਂ ਦਫ਼ਤਰਾਂ 'ਚ ਇੱਕ ਵਾਰੀ ਆਪਣੀ ਖਾਨਾ ਪੂਰਤੀ ਕੀਤੀ ਚਲੇ। ਕੋਈ ਅਫਸਰ ਅੱਜ ਦਾ ਅਫਸਰ ਇਹ ਹਿੱਕ ਥਾਪੜ ਨਹੀਂ ਕਹਿ ਸਕਦਾ ਕਿ ਉਹਨਾਂ ਨੇ ਪੰਜਾਬ ਦੇ ਭਲੇ ਲਈ ਇੱਦਾਂ ਦੀ ਨੀਤੀ ਬਣਾਈ ਸੀ। ਬਹੁਤੇ ਅਫਸਰਾਂ 'ਤੇ ਹੁਣ ਰੀੜ੍ਹ ਦੀ ਹੱਡੀ ਹੈ ਹੀ ਨਹੀਂ। ਅਗਲਾ ਕਹਿੰਦਾ ਕਿ ਆਪਣਾ ਟਾਈਮ ਪਾਸ ਕਰੋ। ਜਦੋਂ ਮੰਤਵ ਤੁਹਾਡਾ ਪੈਸਾ ਬਣ ਜੇ, ਤੁਹਾਡੀ ਰੁਤਬਾ ਬਣ ਜੇ, ਉਦੋਂ ਬਾਕੀ ਪੰਜਾਬ ਹੈ ਜਾਂ ਪੰਜਾਬ ਦੇ ਲੋਕ ਆ ਜਿਹੜੇ, ਉਹ ਪਿੱਛੇ ਰਹਿ ਜਾਂਦੇ ਨੇ। ਤਾਂ ਨਵਿਆਂ ਨੂੰ ਹੁਣ ਇਹਨਾਂ ਦੇ ਹਿਸਾਬ ਕਿਤਾਬ ਨਹੀਂ ਆ ਰਿਹਾ ਹਜੇ। ਪਾਵਰ ਸੈਂਟਰ ਵੀ 2 ਨੇ ਕਿ ਉਹਨਾਂ ਨੂੰ ਲੱਗਦਾ, ਅਫਸਰਾਂ ਨੂੰ ਲੱਗਦਾ ਕਿ ਤਾਹਾਂ ਜਾਈਏ ਜਾਂ ਥੱਲੇ ਜਾਈਏ, ਉਹ ਵੀ ਉਹਨਾਂ ਨੂੰ ਸਮਝ ਨਹੀਂ ਪੈ ਰਿਹਾ। ਇਸ ਕਰਕੇ ਇਹ ਨੈਕਸਸ ਜਿਹੜਾ ਟੁੱਟਿਆ ਹੈਗਾ, ਹੁਣ ਨਵਾਂ ਨੈਕਸਸ ਜੇ ਉਵੇਂ ਹੀ ਬਣ ਜਾਏਗਾ ਤਾਂ ਫਿਰ ਕੋਈ ਪੰਜਾਬ ਦੇ ਲੋਕਾਂ ਨੂੰ ਕਿਸੇ ਕਿਸਮ ਦੇ ਬਦਲਾਅ ਦੀ ਜਿਹੜੀ ਝਲਕ ਹੈ ਉਹ ਨਹੀਂ ਮਿਲੇਗੀ। ਸੋ ਲੋੜ ਇਸ ਗੱਲ ਦੀ ਹੈ ਕਿ ਜੇ ਬਿਹਤਰ ਤਾਲਮੇਲ ਹੋਏਗਾ, ਔਰ ਉਹ ਇਮਾਨਦਾਰੀ ਵਾਲਾ ਤਾਲਮੇਲ ਹੋਏਗਾ, ਕਿਉਂਕਿ ਨਵੀਂ ਸਰਕਾਰ ਤੋਂ ਜਿਹੜੇ ਬਿਊਰੋਕਰੇਟ ਥੋੜ੍ਹਾ ਡਰ ਵੀ ਰਹੇ ਨੇ। ਪਿੱਛੇ ਸੰਜੇ ਪੋਪਲੀ ਨੂੰ ਦੇਖੋ ਇਹਨਾਂ ਨੇ ਫੜਿਆ ਹੈਗਾ, ਹੋਰ ਵੀ ਅਧਿਕਾਰੀਆਂ ਤੋਂ ਜਿਹੜੀ ਪੁੱਛਗਿੱਛ ਹੈ ਜਿਹੜੀ ਕੀਤੀ ਜਾ ਰਹੀ ਹੈ, ਤਾਂ ਪੁਰਾਣਿਆਂ ਨੂੰ ਇਹ ਡਰ ਵੀ ਲੱਗਦਾ, ਕਿਤੇ ਨਾ ਕਿਤੇ ਖੌਫ ਵੀ ਲੱਗਦਾ ਹੈ ਕਿ ਇਸ ਸਰਕਾਰ ਦਾ ਕੋਈ ਵਸਾਹ ਨਹੀਂ। ਹਜੇ ਜਿਵੇਂ ਕਹਿੰਦੇ ਕਿ ਇਸ ਸਰਕਾਰ ਦਾ ਬਿਊਰੋਕਰੇਸੀ ਨੇ ਭੇਤ ਨਹੀਂ ਪਾਇਆ। ਇਹ ਠੀਕ ਹੈ ਕਿ 4 ਮਹੀਨੇ ਉਹਨਾਂ ਨੇ ਪਹਿਲਾਂ ਵਾਚ ਕੀਤਾ ਇਹਨਾਂ ਨੂੰ ਕਿ ਕਿੱਦਾਂ ਚੱਲਦਾ ਦੇਖੀਏ, ਪਰ ਹੌਲੀ ਹੌਲੀ ਅਫਸਰਸ਼ਾਹੀ ਨੇ ਜਿਹੜੇ ਇਹਨਾਂ ਨੂੰ ਉਂਗਲਾਂ 'ਤੇ ਨਚਾਉਣਾ ਸ਼ੁਰੂ ਕਰ ਦੇਣਾ ਹੈ। ਲੋੜ ਇਹ ਗੱਲ ਦੀ ਹੈ ਕਿ ਤੁਹਾਡੇ ਵਿੱਚ ਜੇ ਚੰਗੀ ਬਿੱਲ ਪਾਵਰ ਹੈਗੀ, ਇੱਛਾ ਸ਼ਕਤੀ ਹੈ ਕੁਝ ਕਰਨ ਦੀ, ਤਾਂ ਬਿਊਰੋਕਰੇਸੀ ਵੀ ਤੁਹਾਡੇ ਮੂਹਰੇ, ਜਿਵੇਂ ਪ੍ਰਤਾਪ ਸਿੰਘ ਕੈਰੋਂ ਬਾਰੇ ਕਿਹਾ ਜਾਂਦਾ ਹੈ ਜਾਂ ਲਛਮਣ ਸਿੰਘ ਗਿੱਲ ਬਾਰੇ ਕਿਹਾ ਜਾਂਦਾ ਹੈ ਕਿ ਉਹ ਬਿਊਰੋਕਰੇਸੀ ਉਹਨਾਂ ਤੋਂ ਬੜੀ ਡਰਦੀ ਸੀਗੀ। ਤਾਂ ਤੁਹਾਡਾ ਜਿਹੜਾ ਆਪਸੀ ਤਾਲਮੇਲ ਹੈ, ਕੋਆਰਡੀਨੇਸ਼ਨ ਹੈ ਜਾਂ ਸਹਿਯੋਗ ਹੈ, ਉਹ ਜੇ ਚੰਗਾ ਬਣਿਆ ਹੋਏਗਾ, ਉਹਦੇ ਵਿੱਚ ਦਿਆਨਤਦਾਰੀ ਹੋਏਗੀ, ਤਾਂ ਉਹਦਾ ਪੰਜਾਬ ਦੇ ਲੋਕਾਂ ਨੂੰ ਵੀ ਫਾਇਦਾ ਹੋਏਗਾ ਔਰ ਪੰਜਾਬ ਨੂੰ ਵੀ ਫਾਇਦਾ ਹੋਏਗਾ। ਜੀ ਚਰਨਜੀਤ ਜੀ, ਇਹਦੇ ਨਾਲ ਹੀ ਗੱਲ ਕਰੀਏ ਸ਼੍ਰੋਮਣੀ ਕਮੇਟੀ ਚੋਣਾਂ ਦੀ, ਤਾਂ ਐਸਜੀਪੀਸੀ ਦੇ ਪ੍ਰਧਾਨ ਦੀਆਂ ਚੋਣਾਂ ਨੂੰ ਲੈ ਕੇ ਬੀਬੀ ਜਗੀਰ ਕੌਰ ਨੇ ਲਿਫਾਫਾ ਕਲਚਰ ਤੋਂ ਉੱਪਰ ਉੱਠ ਕੇ ਜਿਹੜਾ ਹੈਗਾ ਚੋਣ ਲੜਨ ਦਾ ਐਲਾਨ ਕਰ ਦਿੱਤਾ, ਅਤੇ ਉਹਨਾਂ ਨੂੰ ਲਗਾਤਾਰ ਮਨਾਉਣ ਲਈ ਅਕਾਲੀ ਦਲ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਅੱਜ ਵੀ ਸੁਣਨ ਜਾ ਰਿਹਾ ਵੀ ਕਿ ਉਹਨਾਂ ਨੇ ਜਿਹੜਾ ਹੈਗਾ 2 ਮੈਂਬਰੀ ਵਫਦ ਨੂੰ ਜਿਹੜਾ ਹੈ ਬੀਬੀ ਜਗੀਰ ਕੌਰ ਕੋਲ ਭੇਜਿਆ। ਅਸੀਂ ਜਾਣਨਾ ਚਾਹਾਂਗੇ ਪੂਰਾ ਮਾਮਲਾ ਕੀ ਹੈ, ਕੀ ਅਕਾਲੀ ਦਲ ਮਨਾਉਣ ਦੀ ਕੋਸ਼ਿਸ਼ਾਂ ਕਰ ਰਿਹਾ? ਦੇਖੋ, ਲਿਫਾਫਾ ਕਲਚਰ ਕੋਈ ਅੱਜ ਦਾ ਤਾਂ ਹੈ ਨਹੀਂ ਜੀ। ਅਸਲ 'ਚ ਇਹ ਪਾਰਟੀਆਂ ਦੀ ਜਾਂ ਸੰਸਥਾਵਾਂ ਦੀ ਇੱਕ ਇੰਟਰਨਲ ਡੈਮੋਕ੍ਰੇਸੀ ਨਾਲ ਜੁੜੀ ਹੋਈ ਗੱਲ ਹੈ ਜੀ। ਲਿਫਾਫਾ ਕਲਚਰ ਕਿਉਂ ਪੈਦਾ ਹੋਇਆ? ਇਹਦਾ ਮਤਲਬ ਕਿ ਤੁਹਾਡੀ ਪਾਰਟੀਆਂ ਦੇ ਵਿੱਚ ਜਾਂ ਜਿਹੜੀਆਂ ਇਲੈਕਟਡ ਬਾਡੀਜ਼ ਹੈ, ਉਹਨਾਂ ਦੇ ਵਿੱਚ ਤੁਸੀਂ ਇੰਟਰਨਲ ਜਿਹੜੀ ਜਮਹੂਰੀਅਤ ਹੈ ਉਸ ਨੂੰ ਖਤਮ ਕਰ ਦਿੱਤਾ। ਅਤੇ ਇਹ ਪ੍ਰੈਕਟੀਕਲੀ ਹੋਇਆ ਵੀ ਹੈ ਪਿਛਲੇ ਟਾਈਮ 'ਚ। ਇਦੋਂ ਪਹਿਲਾਂ ਵੀ 1-2 ਦਫਾ ਚੁਣੌਤੀਆਂ ਮਿਲਦੀਆਂ ਰਹੀਆਂ ਨੇ। ਬਰਨਾਲਾ ਸਰਕਾਰ ਵੇਲੇ ਵੀ ਇੱਦਾਂ ਕਾਬਲ ਸਿੰਘ ਮੈਦਾਨ ਦੇ ਵਿੱਚ ਆਏ ਸੀਗੇ, ਜਿਹਨੂੰ ਗੌਰਮੈਂਟ ਪਿੱਠ ਥਾਪੜ ਰਹੀ ਸੀ। ਅਮਰਿੰਦਰ ਸਿੰਘ ਨੇ ਕਿਸੇ ਵੇਲੇ ਪਹਿਲੀ ਪਾਰੀ ਦੇ ਵਿੱਚ ਟੌੜਾ ਸਾਹਿਬ ਦੀ ਪਿੱਠ ਥਾਪੜੀ ਸੀਗੀ, ਅਤੇ ਉਦੋਂ ਸਾਰੇ ਸ਼੍ਰੋਮਣੀ ਕਮੇਟੀ ਮੈਂਬਰ ਹੈ ਜਿਹੜੇ, ਉਹ ਸ਼੍ਰੋਮਣੀ ਅਕਾਲੀ ਦਲ ਬਾਲਾਸਰ ਫਾਰਮ ਹਾਊਸ ਦੇ ਵਿੱਚ ਲੈ ਗਿਆ ਸੀਗਾ। ਤਾਂ ਇਸ ਤਰ੍ਹਾਂ ਦੇ ਮੌਕੇ ਪਹਿਲਾਂ ਵੀ ਆਏ, ਅਤੇ ਬੀਬੀ ਜਗੀਰ ਕੌਰ ਨੇ ਹੁਣ ਜਿਹੜਾ ਇਹ ਖੁੱਲ੍ਹਾ ਐਲਾਨ ਕੀਤਾ, ਇੱਕ ਤਰ੍ਹਾਂ ਦਾ ਆਪਣੇ ਬਾਗੀ ਸੁਰ ਦਿਖਾਏ ਨੇ। ਹਾਲਾਂਕਿ ਮਜੀਠੀਆ ਸਾਹਿਬ ਨੇ ਕਿਹਾ ਕਿ ਪਹਿਲਾਂ ਵੀ ਉਹ ਚੁਣਦੇ ਰਹੇ ਨੇ, ਕਿ ਉਹ ਲਿਫਾਫਾ ਕਲਚਰ ਦਾ ਪਾਰਟ ਨਹੀਂ ਸੀਗਾ। ਠੀਕ ਹੈ, ਕਿਉਂਕਿ ਪੋਲੀਟੀਸ਼ੀਅਨ ਤਾਂ ਸਾਰੇ ਸੇਮ ਥਿੰਗ ਹੀ ਹੁੰਦੇ ਨੇ, 19-21 ਦਾ ਹੀ ਫਰਕ ਹੁੰਦਾ ਹੈ। ਹੁਣ ਲੱਗਦਾ ਸੀ ਕਿ ਇਹਨਾਂ ਨੂੰ ਲੱਗਦਾ ਹੋਵੇਗਾ ਕਿ ਸ਼ਾਇਦ ਤੁਹਾਨੂੰ ਨਾ ਚੋਣ ਹੋਵੇ, ਇਸ ਕਰਕੇ ਖੁੱਲ੍ਹ ਕੇ ਬੋਲੇ ਨੇ। ਚਲੋ ਆਪਾਂ ਇਹ ਕਹੀਏ ਕਿ ਕਿਸੇ ਨੇ ਤਾਂ ਕੋਈ ਥੋੜ੍ਹਾ ਬਹੁਤਾ ਬੋਲਿਆ ਹੈਗਾ। ਜੇ ਪਾਰਟੀਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ, ਪਹਿਲਾਂ ਹੁੰਦਾ ਕਿ ਸੀ ਆਤਿਸ਼ ਕੇ ਪਹਿਲਾਂ ਵਿਖਾਵੇ ਲਈ ਚਲੋ ਇੰਟਰਨਲ ਡੈਮੋਕ੍ਰੇਸੀ ਹੋ ਜਾਂਦੀ ਸੀ, ਚੋਣਾਂ ਹੋ ਜਾਂਦੀ, ਜਿਵੇਂ ਹੁਣ ਕਾਂਗਰਸ ਦੀਆਂ ਚੋਣਾਂ ਹੋ ਕੇ ਹਟੀਆਂ ਨੇ। ਚਾਹੇ ਕਿਵੇਂ ਵੀ ਹੈ, ਚੋਣਾਂ ਤਾਂ ਹੋਈਆਂ ਕਿ ਨਾ, ਪਰ ਪਿਛਲੇ ਟਾਈਮ ਤੋਂ ਤਾਂ ਦੂਜੀਆਂ ਪਾਰਟੀਆਂ, ਖੇਤਰੀ ਪਾਰਟੀਆਂ ਜਾਂ ਦੂਸਰੀਆਂ ਪਾਰਟੀਆਂ ਦੇ ਵਿੱਚ ਇਹ ਇੱਕ ਨਾਮ ਦੀ ਗੱਲ ਰਹੇਗੀ। ਸਾਨੂੰ ਕੋਈ ਦਿਖਦੀਆਂ ਨਹੀਂ ਸੀ ਕਿ ਇਹਨਾਂ ਪਾਰਟੀਆਂ ਦੀਆਂ ਚੋਣਾਂ ਨੇ, ਇੱਕ ਤਰ੍ਹਾਂ ਨੋਮੀਨੇਸ਼ਨ ਵਾਲੀ ਜਿਹੜੀ ਗੱਲ ਹੋ ਜਾਂਦੀ ਹੈ। ਅਗਰ ਪਾਰਟੀਆਂ ਦੇ ਵਿੱਚ ਅੰਦਰੂਨੀ ਜਮਹੂਰੀਅਤ ਜਿੰਦਾ ਰਹੇਗੀ ਤਾਂ ਲਿਫਾਫਾ ਕਲਚਰ ਹੈ ਜਿਹੜਾ ਆਪਣੇ ਆਪ ਹੈ ਜਿਹੜਾ ਦੂਰ ਹੋ ਜਾਏਗਾ। ਹੁਣ ਦੇਖੋ, ਬੀਬੀ ਮੰਨਦੀ ਹੈ। ਦੇਖੋ, ਪੋਲੀਟੀਕਲ ਬੰਦਾ ਤਾਂ ਲਾਲਚ 'ਤੇ ਖੜਦਾ ਹੈ, ਕਿਉਂਕਿ ਮਨੌਤੀ ਤਾਂ ਇੱਕ ਵਾਰੀ ਪਹਿਲਾਂ ਵੀ ਉਹਨਾਂ ਨੂੰ ਮਨਾਉਣ ਵਾਸਤੇ ਗਏ ਸੀ, ਉਸ ਤੋਂ ਬਾਅਦ ਉਹਨਾਂ ਨੂੰ ਖੁੱਲ੍ਹਾ ਛੱਡ ਦਿੱਤਾ ਗਿਆ। ਦੇਖਿਆ ਗਿਆ ਕਿ ਉਹਨਾਂ 'ਚ ਕਿੰਨਾ ਕੁ ਵਜਨ ਹੈਗਾ। ਹੁਣ ਕਿਤੇ ਪਾਰਟੀ ਨੂੰ ਫਿਰ ਲੱਗਦਾ ਹੋਏਗਾ ਕਿਤੇ ਅਸੀਂ ਕੋਈ ਮਾਰ ਨਾ ਖਾ ਜਾਈਏ, ਤਾਂ ਅੱਜ ਸੁਰਜੀਤ ਸਿੰਘ ਰਖੜਾ ਅਤੇ ਦਲਜੀਤ ਸਿੰਘ ਚੀਮਾ ਦੇ ਉਹਨਾਂ ਨਾਲ ਮੁਲਾਕਾਤ ਕਰਨ ਦੀ ਜਿਹੜੀ ਗੱਲ ਹੈ ਉਹ ਚੱਲ ਰਹੀ ਸੀ। ਹੁਣ ਬੀਬੀ ਮੰਨਦੀ ਹੈ ਨਹੀਂ ਮੰਨਦੀ ਹੈ, ਇਹ ਆਪਣੇ ਸਾਹਮਣੇ ਸ਼ਾਮ ਤੱਕ ਖਬਰਾਂ ਆ ਜਾਣਗੀਆਂ।
ਪਰ ਲੋੜ ਇਸ ਗੱਲ ਦੀ ਹੈ ਕਿ ਲਿਫਾਫਾ ਕਲਚਰ ਦੀ ਜਿਹੜੀ ਰਵਾਇਤ ਹੈ ਇਹ ਖਤਮ ਹੋਣੀ ਚਾਹੀਦੀ ਹੈ। ਵੈਸੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਵਿੱਚ ਵੀ ਜਿੰਨੀਆਂ ਸਾਡੇ ਕੋਆਪਰੇਟਿਵ ਅਦਾਰੇ ਨੇ ਉਹਨਾਂ ਦੇ ਵਿੱਚ ਪਹਿਲਾਂ ਚਾਹੇ ਕੋਆਪਰੇਟਿਵ ਬੈਂਕਾਂ ਹੋਣ, ਚਾਹੇ ਮਿਲਕ ਫੈਡ ਹੋਵੇ, ਸ਼ੂਗਰ ਫੈਡ ਹੋਵੇ, ਮਾਰਕ ਫੈਡ ਹੋਵੇ, ਸਾਰੇ ਦਾਣਿਆਂ ਦੀਆਂ ਇਲੈਕਟਡ ਬੋਡੀਆਂ ਹੇਠਾਂ ਤੋਂ ਚੁਣ ਕੇ ਆਉਂਦੀਆਂ ਸੀ। ਫਿਰ ਆ ਕੇ ਇਹਨਾਂ ਦੇ ਜਿਹੜੇ ਡਾਇਰੈਕਟਰ ਬਣਦੇ ਸੀ ਉਹਨਾਂ ਦੇ ਵਿੱਚੋਂ ਅੱਗੇ MD ਬਣਦੇ ਸੀ, ਜਾਂ ਆਪਾਂ ਕਹਿ ਲਈਏ ਕਿ ਚੇਅਰਮੈਨ ਲਾਏ ਜਾਂਦੇ ਸੀ। ਹੁਣ ਤਾਂ ਉਹ ਵੀ ਆਪਾਂ ਦੇਖਦੇ ਹਾਂ ਉਹਦੇ ਵਿੱਚ ਵੀ ਚੋਣ ਆ ਜਿਹੜੀ ਖਤਮ ਹੋ ਗਈ। ਪਿੱਛੇ ਸਰਕਾਰ ਨੇ ਮਾਰਕ ਫੈਡ ਦੇ ਚੇਅਰਮੈਨ ਲਾਏ, ਸ਼ੂਗਰ ਫੈਡ ਦੇ ਲਾਏ, ਮਿਲਕ ਫੈਡ ਦੇ ਲਾਏ ਆ, ਸਿੱਧੇ ਨੋਮੀਨੇਟ ਕੀਤੇ ਨੇ। ਮਾਰਕੀਟ ਕਮੇਟੀਆਂ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ, ਉਹ ਨੋਮੀਨੇਸ਼ਨ ਹੋਣੀ ਸ਼ੁਰੂ ਹੋ ਗਈ ਹੈ। ਇਸ ਤਰ੍ਹਾਂ ਪੰਜਾਬ ਮੰਡੀ ਬੋਰਡ ਦਾ ਚੇਅਰਮੈਨ ਹੈ ਉਹ ਵੀ ਨੋਮੀਨੇਟ ਕੀਤਾ ਜਾਣ ਲੱਗਿਆ। ਇਸ ਕਰਕੇ ਅਦਾਰੇ ਤਾਂ ਹੀ ਜਿੰਦਾ ਰਹਿਣਗੇ, ਤਾਂ ਹੀ ਜਮਹੂਰੀਅਤ ਕਾਇਮ ਰਹੇਗੀ ਜੇ ਉਹਨਾਂ ਦੇ ਵਿੱਚ ਸਮੇਂ ਸਿਰ ਚੋਣਾਂ ਹੋਣਗੀਆਂ, ਉਹਦੇ ਵਿੱਚ ਆਮ ਲੋਕਾਂ ਨੂੰ ਅੱਗੇ ਆਉਣ ਦਾ ਮੌਕਾ ਮਿਲੇਗਾ। ਇਹੀ ਜਿਹੜਾ ਲਿਫਾਫਾ ਕਲਚਰ ਨੂੰ ਖਤਮ ਕਰਨ ਦਾ ਇੱਕੋ ਇੱਕ ਰਾਹ ਹੈ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਤੇ ਫਿਰ ਗੱਲ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।